ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਦੋਸਤੋ, ਅੱਜ ਦਾ ਸ਼ੋਅ ਫੋਕਸਡ ਹੈ ਕਿਊਬੈਕ ਤੇ। ਕਿਊਬੈਕ ਦੇ ਸਟੂਡੈਂਟ ਬਹੁਤ ਪਰੇਸ਼ਾਨ ਨੇ। ਪਿਛਲੇ ਇੱਕ ਬਹੁਤ ਲੰਬੇ ਅਰਸੇ ਤੋਂ ਇੰਤਜ਼ਾਰ ਕਰ ਰਹੇ ਨੇ ਕਿਸੇ ਵੀ ਤਰੀਕੇ ਦੇ ਅਪਡੇਟ ਦਾ। ਹੁਣ ਦੇਖਿਆ ਜਾਵੇ ਤਾਂ YouTube ਤੇ ਵੀਡੀਓਜ਼ ਵੀ ਬਣਨੇ ਘਟ ਗਏ ਨੇ। ਜਿਹੜੇ ਇਮੀਗ੍ਰੇਸ਼ਨ ਏਜੰਟਸ, ਜਿਹੜੇ ਕੰਸਲਟੈਂਟਸ ਪਹਿਲਾਂ ਕਿਊਬੈਕ ਦੇ ਸਟੂਡੈਂਟਸ ਨੂੰ ਸਲਾਹ ਦਿੰਦੇ ਸੀ, ਕਿਤੇ ਨਾ ਕਿਤੇ ਸਾਰੀਆਂ ਪ੍ਰੈਡਿਕਸ਼ਨਸ ਉਹਨਾਂ ਦੀਆਂ ਨਹੀਂ ਸੱਚ ਹੋ ਸਕੀਆਂ, ਇਸ ਕਰਕੇ ਉਹਨਾਂ ਨੇ ਵੀਡੀਓਜ਼ ਵੀ ਬਣਾਉਣੇ ਬੰਦ ਕਰ ਦਿੱਤੇ। ਸੋ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਕੀ ਹੈ? ਇੱਕ ਤਾਂ ਪ੍ਰੈਜ਼ੈਂਟ ਸਟੇਟਸ ਐਨਾਲਾਈਜ਼ ਕਰਨਾ ਕਿ ਇਸ ਵਕਤ ਕਿਊਬੈਕ ਵਾਲੇ ਸਟੂਡੈਂਟ ਕਿੱਥੇ ਖੜੇ ਨੇ। ਦੂਸਰਾ, ਆਪਣੇ ਐਕਸਪਰਟਸ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਟੂਡੈਂਟਸ ਵਾਸਤੇ ਬੈਸਟ ਆਪਸ਼ਨ ਕੀ ਬਚਦੀ ਹੈ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ। ਜਗਪ੍ਰੀਤ ਜੀ, ਕਿਊਬੈਕ ਵਾਲੇ ਸਟੂਡੈਂਟਸ ਹਾਲ ਦੀ ਘੜੀ ਤੁਹਾਡੇ ਹਿਸਾਬ ਨਾਲ ਕਿਸ ਜੰਕਸ਼ਨ ਤੇ ਖੜੇ ਨੇ? ਬਿਲਕੁਲ ਦੀਪਕ ਜੀ, ਕਿਊਬੈਕ ਵਾਲੇ ਸਟੂਡੈਂਟਸ ਦੀ ਮੈਂ ਪ੍ਰੈਜ਼ੈਂਟਲੀ ਗੱਲ ਕਰਾਂ ਤਾਂ ਹੁਣ ਰਿਜ਼ਲਟ ਜਿਹੜੇ ਨੇ ਉਹ ਆਉਣੇ ਸਟਾਰਟ ਹੋ ਚੁੱਕੇ। ਪਹਿਲਾਂ ਆਪਾਂ ਦੇਖਿਆ ਕਿ ਕੈਨੇਡਾ ਦੇ ਓਵਰਆਲ ਰਿਜ਼ਲਟ ਸਟਕ ਸੀ, ਬਟ ਉਹ ਕਿਤੇ ਨਾ ਕਿਤੇ ਜੁਲਾਈ ਮੰਥ ਤੋਂ ਬਹੁਤ ਗੁੱਡ ਨੰਬਰ ਦੇ ਵਿੱਚ ਆਉਣੇ ਸ਼ੁਰੂ ਹੋਏ। ਸਟਾਰਟ ਰਿਜੈਕਸ਼ਨ ਤੋਂ ਹੋਏ, ਉਸ ਤੋਂ ਬਾਅਦ ਵੀਜ਼ਾ ਆਉਣੇ ਸਟਾਰਟ ਹੋਏ। ਫਿਰ ਉਹਦੇ ਵਿੱਚ ਦੇਖਿਆ ਕਿ SDS ਐਪਲੀਕੇਸ਼ਨ ਦੇ ਵੀਜ਼ਾ ਜ਼ਿਆਦਾ ਆਉਣੇ ਸਟਾਰਟ ਹੋਏ। ਫਿਰ ਨਾਲ ਦੀ ਨਾਲ ਨੌਨ SDS ਦੇ ਉੱਤੇ ਗੱਲਬਾਤ ਹੋਣੀ ਸ਼ੁਰੂ ਹੋਈ ਕਿ ਨੌਨ SDS ਦੇ ਰਿਜ਼ਲਟ ਸਲੋ ਹੋ ਰਹੇ ਨੇ, ਹੁਣ ਉਹ ਕਿਤੇ ਉਹ ਸਪੀਡ 'ਚ ਨੇ ਤੇ ਉਹਨਾਂ 'ਚ ਵੀ ਹੁਣ ਵੀਜ਼ਾ ਦਿਖ ਰਹੇ ਨੇ। ਪ੍ਰੈਜ਼ੈਂਟਲੀ ਕਿਊਬੈਕ ਦੇ ਐਪਲੀਕੇਸ਼ਨ ਦੇ ਰਿਜ਼ਲਟ ਵੀ ਹੁਣ ਮਿਲ ਰਹੇ ਨੇ। ਸੋ ਫਸਟ ਆਫ ਆਲ, ਜੋ ਚੀਜ਼ ਬਹੁਤ ਲੰਬੇ ਸਮੇਂ ਤੋਂ ਸਟਕ ਸੀ, ਇੱਕ ਵੀ ਰਿਜ਼ਲਟ ਨਹੀਂ ਸੀ ਦੇਖਣ ਨੂੰ ਮਿਲਦਾ, ਕਿਤੇ ਮਹੀਨੇ 'ਚ 2 ਜਾਂ 4 ਰਿਜ਼ਲਟ ਦੇਖਣ ਨੂੰ ਮਿਲਦੇ ਸੀ, ਹੁਣ ਐਟਲੀਸਟ ਰਿਜ਼ਲਟ ਮਿਲਣੇ ਸਟਾਰਟ ਹੋ ਚੁੱਕੇ ਨੇ। ਰਿਜ਼ਲਟ ਦੀ ਹੁਣ ਮੈਂ ਅਗਰ ਐਨਾਲਿਸਿਸ ਦਵਾਂ ਤਾਂ ਇਹਦੇ ਵਿੱਚ ਵੀ ਸੇਮ ਉਹੀ ਪੈਟਰਨ ਆ ਰਿਹਾ ਜੋ ਓਵਰਆਲ ਦੇ ਵਿੱਚ ਆਇਆ ਸੀ, ਯਾਨੀ ਕਿ ਪ੍ਰੈਜ਼ੈਂਟਲੀ PPR ਦੇਖਣ ਨੂੰ ਘੱਟ ਮਿਲ ਰਹੀ ਹੈ, ਬਟ ਰਿਜੈਕਸ਼ਨ ਦੇਖਣ ਨੂੰ ਜ਼ਿਆਦਾ ਮਿਲ ਰਹੀ ਹੈ। ਹੁਣ ਰਿਜੈਕਸ਼ਨ ਬੇਸ਼ੱਕ ਜ਼ਿਆਦਾ ਆ ਰਹੀ ਹੈ, ਬਟ ਇਹਦਾ ਇਹ ਕੰਸਰਨ ਨਹੀਂ ਹੈ ਕਿ ਰਿਜੈਕਟ ਜਾਣਬੁੱਝ ਕੇ ਕੀਤਾ ਜਾ ਰਿਹਾ। ਸੋ IRCC ਨੇ ਆਲਮੋਸਟ ਐਪਲੀਕੇਸ਼ਨਸ ਨੂੰ ਐਨਾਲਾਈਜ਼ ਕਰ ਲਿਆ ਹੋਇਆ, ਉਹਨਾਂ ਦੇ ਉੱਤੇ ਡਿਸੀਜਨ ਮੇਕਿੰਗ ਹੋ ਚੁੱਕੀ ਹੈ, ਤਾਂ ਹੁਣ ਰਿਜ਼ਲਟਸ ਆਊਟ ਹੋ ਰਹੇ ਨੇ। ਸੋ ਜਿਹੜੇ ਕੰਪਨਸੇਟਡ ਪ੍ਰੋਫਾਈਲ ਨੇ ਉਹਨਾਂ ਨੂੰ ਰਿਜੈਕਸ਼ਨ ਆ ਰਹੀ ਹੈ। ਸੋ ਜਗਪ੍ਰੀਤ ਜੀ, ਹੁਣ 2 ਕੈਟੇਗਰੀਆਂ 'ਚ ਮੈਂ ਵੰਡਣਾ ਚਾਹੂੰਗਾ ਸਟੂਡੈਂਟਸ ਨੂੰ। ਇੱਕ ਤਾਂ ਉਹ ਜਿਹੜੇ ਰਿਜੈਕਟ ਹੋ ਗਏ ਨੇ, ਇੱਕ ਜਿਨ੍ਹਾਂ ਦਾ ਹਜੇ ਰਿਜ਼ਲਟ ਨਹੀਂ ਆਇਆ ਜੀ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਜਿਹੜੇ ਕਿਊਬੈਕ ਤੋਂ ਰਿਜੈਕਟ ਹੋ ਗਏ ਨੇ, ਉਹ ਕੀ ਕਰਨ? ਦੇਖੋ ਜੀ ਦੀਪਕ ਜੀ, ਜਿਨ੍ਹਾਂ ਨੂੰ ਐਪਲੀਕੇਸ਼ਨ ਇਸ ਵੇਲੇ ਰਿਜੈਕਟ ਹੋਈ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਪ੍ਰੋਫਾਈਲ ਸਮਝਣਾ ਪਊਗਾ, ਕਿਉਂਕਿ ਕਿਊਬੈਕ ਦੇ ਵਿੱਚ ਇੱਕ ਚੀਜ਼ ਮੈਂ ਬਹੁਤ ਦੇਖਦਾ ਕਿ ਸਟੂਡੈਂਟ ਪ੍ਰੋਗਰਾਮ ਦੀ ਰੈਲੇਵੈਂਸੀ ਨਹੀਂ ਦੇਖਦੇ, ਉਹ ਕਾਲਜ ਦੇਖਦੇ ਆ ਤੇ ਘੱਟ ਫੀਸ ਦੇਖਦੇ ਆ ਤੇ ਅਪਲਾਈ ਕਰ ਦਿੰਦੇ ਆ, ਜਿਹਦੇ ਕਰਕੇ ਕਿਊਬੈਕ ਦੇ ਵਿੱਚ ਨਾਰਮਲੀ ਵੀ ਰਿਜੈਕਸ਼ਨ ਰੇਟ ਕਈ ਵਾਰੀ ਬਹੁਤ ਹਾਈ ਰਹਿੰਦਾ ਸੀਗਾ, ਕਿਉਂਕਿ ਸਿਰਫ ਫੀਸ ਸਟਰਕਚਰ ਨੂੰ ਦੇਖਿਆ ਜਾਂਦਾ। ਦੂਸਰੇ ਪਾਸੇ ਜੇ 15,000 16,000 ਡਾਲਰ ਲੱਗ ਰਹੀ ਹੈ ਓਨਟਾਰੀਓ BC ਦੇ ਵਿੱਚ, ਤਾਂ ਇੱਧਰ 9,000 9200 9500 10,000 ਡਾਲਰ ਲੱਗ ਰਹੀ ਹੈ, ਇਰਰਿਸਪੈਕਟਿਵ ਆਫ ਦਾ ਪ੍ਰੋਗਰਾਮ। ਉਹਨਾਂ ਨੂੰ ਮਤਲਬ ਹੀ ਨਹੀਂ ਹੈ, ਬਹੁਤ ਸਾਰੇ ਸਟੂਡੈਂਟ ਨੂੰ ਮਤਲਬ ਨਹੀਂ। ਔਰ ਕਈ ਜਗ੍ਹਾ ਤੇ ਤਾਂ ਮੈਂ ਇਹ ਵੀ ਦੇਖਦਾ ਕਿ ਸਟੂਡੈਂਟ ਨੂੰ ਇਹ ਵੀ ਨਹੀਂ ਪਤਾ ਹੁੰਦਾ ਉਹਦਾ ਪ੍ਰੋਗਰਾਮ ਕਿਹੜਾ ਅਪਲਾਈਡ ਹੈ। ਸੋ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ। ਸੈਕੰਡ ਰੀਜ਼ਨ ਹੈ, ਉਹਦੇ ਵਿੱਚ ਮੋਸਟਲੀ ਮੈਂ ਦੇਖਦਾ ਕਿ ਸਟੂਡੈਂਟ ਇੱਕ ਮੋਡਿਊਲ 'ਚੋਂ 5.5 ਵਾਲੇ ਹੁੰਦੇ ਨੇ, ਕਿਉਂਕਿ ਇੱਥੇ ਆਫਰ ਲੈਟਰ ਈਜ਼ੀਲੀ ਮਿਲਦੇ। ਓਨਟਾਰੀਓ ਦੇ ਵਿੱਚ ਇੱਕ ਮੋਡਿਊਲ ਤੇ 5.5 ਤੇ ਆਫਰ ਲੈਟਰ ਈਜ਼ੀਲੀ ਨਹੀਂ ਮਿਲਦਾ, ਕਿਊਬੈਕ 'ਚ ਮਿਲਦਾ। ਸੋ ਫਸਟ ਆਫ ਆਲ, ਜਿਹੜਾ ਵੀ ਸਟੂਡੈਂਟ ਰਿਜੈਕਟ ਹੋਇਆ, ਪਹਿਲਾਂ ਆਪਣੇ ਪ੍ਰੋਫਾਈਲ ਨੂੰ ਸਮਝੇ, ਕਿੱਥੇ ਉਹਨੂੰ ਇੰਪਰੂਵਮੈਂਟ ਦੀ ਲੋੜ ਹੈ, ਕਿੱਥੇ ਉਹ ਡਿਵੈਲਪਮੈਂਟ ਕਰ ਸਕਦਾ ਹੈ, ਫਿਰ ਐਪਲੀਕੇਸ਼ਨ ਨੂੰ ਰੀਲੌਂਚ ਕਰੇ ਸਹੀ ਤਰੀਕੇ ਦੇ ਨਾਲ, ਤਾਂ ਉਹ ਵੀਜ਼ਾ ਲੈ ਸਕਦਾ ਜੀ। ਦੂਸਰੀ ਕੈਟੇਗਰੀ ਜਿਹੜੇ ਹਜੇ ਤੱਕ ਕਿਊ 'ਚ ਨੇ, ਜਿਨ੍ਹਾਂ ਨੂੰ ਹਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ, ਉਹਨਾਂ ਨੂੰ ਕੀ ਸੁਜੈਸਟ ਕਰੋ? ਬਿਲਕੁਲ ਦੀਪਕ ਜੀ, ਇਹ ਹੁਣ ਬਹੁਤ ਇੱਕ ਸੈਂਸਿਟਿਵ ਸੈਗਮੈਂਟ ਹੈ, ਜਿਨ੍ਹਾਂ ਨੂੰ ਰਿਜ਼ਲਟ ਨਹੀਂ ਮਿਲਿਆ। ਸੈਪਟੈਂਬਰ ਤੱਕ ਸਟੂਡੈਂਟ ਆਲਮੋਸਟ ਕਈ 1 ਸਾਲ ਤੋਂ ਵੇਟ 'ਚ ਨੇ, ਕਿਉਂਕਿ ਲਾਸਟ ਈਅਰ ਮਈ ਜੂਨ ਦੀਆਂ ਵੀ ਫਾਈਨਲ ਸਟੂਡੈਂਟ ਲਾ ਕੇ ਬੈਠੇ ਸੀਗੇ, ਅਪ੍ਰੈਲ ਤੋਂ ਵੀ ਸੀਗੇ, ਤਾਂ ਉਹ ਹੁਣ ਵੇਟਿੰਗ 'ਚ ਚੱਲ ਰਹੇ ਨੇ। ਹੁਣ ਸੈਪਟੈਂਬਰ ਦੇ ਕਲਾਸ ਸਟਾਰਟ ਹੋ ਰਹੀ ਹੈ, 5 ਸੈਪਟੈਂਬਰ 7 10 12 ਇੱਥੇ ਮੈਕਸਿਮਮ ਜਿਹੜੀਆਂ ਨੇ ਉਹ 5 ਤੋਂ 12 13 ਸੈਪਟੈਂਬਰ ਦੇ ਆਸ-ਪਾਸ ਕਲਾਸਾਂ ਸਟਾਰਟ ਹੋ ਰਹੀਆਂ ਨੇ। ਇਹਦੇ 'ਚ ਹੁਣ ਸਟੂਡੈਂਟ ਕੀ ਸੋਚ ਰਿਹਾ? ਕੁਝ ਸਟੂਡੈਂਟ ਸੋਚ ਰਹੇ ਆ ਜੀ ਡੈਫਰਮੈਂਟ ਕਰ ਲਈਏ, ਕੁਝ ਸਟੂਡੈਂਟ ਸੋਚ ਰਹੇ ਆ ਵਿਡਰਾਲ ਕਰ ਲਈਏ। ਮੈਂ ਐਡਵਾਈਸ ਕਰਨਾ ਚਾਹੂੰਗਾ ਕਿ ਜਿਹੜਾ ਵੀ ਸਟੂਡੈਂਟ ਹਾਲੇ ਕਿਊ 'ਚ ਹੈ, ਉਹ ਵਿਡਰਾਲ ਬਾਰੇ ਨਾ ਸੋਚੇ, ਕਿਉਂਕਿ ਹੁਣ ਰਿਜ਼ਲਟ ਆਉਣੇ ਸਟਾਰਟ ਹੋ ਗਏ। ਵਿਡਰਾਲ ਬਾਰੇ ਸੋਚਣਾ ਸੀ ਉਦੋਂ ਸੋਚਣਾ ਸੀ ਜਦੋਂ ਰਿਜ਼ਲਟ ਆ ਹੀ ਨਹੀਂ ਰਹੇ ਸੀ ਕਿਸੇ ਵੀ ਸਟੂਡੈਂਟ ਨੂੰ।
ਸੋ ਹੁਣ ਰਿਜ਼ਲਟ ਆਣੇ ਸ਼ੁਰੂ ਹੋ ਗਏ ਆ ਤਾਂ ਵਿਡਰਾਅਲ ਇਸ ਵੇਲੇ ਅਗਰ ਆਪਾਂ ਕਰਦੇ ਵੀ ਹਾਂ ਤਾਂ ਵਿਡਰਾਅਲ ਦਾ ਪ੍ਰੋਸੈਸ ਇਹ ਨਹੀਂ ਹੈਗਾ ਕਿ 4 ਤੋਂ 5 ਦਿਨ ਦੇ ਵਿੱਚ ਤੁਹਾਡਾ ਪ੍ਰੋਸੈਸ ਕੰਪਲੀਟ ਹੈ। ਐਟਲੀਸਟ ਉਹ ਟਾਈਮ ਲਊਗਾ, ਫੀਸ ਰਿਫੰਡ ਆਊਗੀ। ਹਰ ਇੱਕ ਸਟੂਡੈਂਟ ਕੋਲ ਇੰਨਾ ਪੈਸਾ ਨਹੀਂ ਹੈਗਾ ਵੀ 5-7 ਲੱਖ ਰੁਪਈਆ ਇੱਥੇ ਦਿੱਤਾ ਹੋਇਆ ਤੇ 5-7 ਲੱਖ ਰੁਪਈਆ ਉਹ ਦੂਸਰੀ ਜਗ੍ਹਾ ਤੇ ਦੇ ਦੂ। ਸੋ ਉਸ ਚੀਜ਼ ਨੂੰ ਸਮਝਣਾ ਪਊਗਾ। ਵਿਡਰਾਅ ਕਰਦੇ ਆ, ਫਿਰ ਨਵੀਂ ਐਪਲੀਕੇਸ਼ਨ ਸਟਾਰਟ ਕਰਦੇ ਆ। ਹੋ ਸਕਦਾ ਜਿਸ ਜਗ੍ਹਾ ਤੇ ਤੁਸੀਂ ਜਾਣਾ ਚਾਹੋ ਉਸ ਜਗ੍ਹਾ ਤੇ ਉਸ ਪ੍ਰੋਗਰਾਮ ਦੀਆਂ ਸੀਟਾਂ ਆਲਰੇਡੀ ਫਿਲਡ ਹੈ, ਫਿਰ ਤੁਹਾਨੂੰ ਨੈਕਸਟ ਈਅਰ ਸੈਪਟੈਂਬਰ ਤੱਕ ਵੇਟ ਕਰਨਾ ਪੈ ਜੇ, ਕਿਉਂਕਿ ਅਦਰ ਦੈਨ ਕਿਊਬੈਕ ਜਦੋਂ ਆਪਾਂ ਅਪਲਾਈ ਕਰਾਂਗੇ ਤਾਂ ਫਿਰ ਸੈਪਟੈਂਬਰ ਤੇ ਜਨਵਰੀ ਹੀ ਦੋ ਮੇਜਰ ਇਨਟੇਕ ਹੈ। ਕਿਊਬੈਕ ਵਾਂਗੂ ਨਹੀਂ ਹੈ ਕਿ ਜਨਵਰੀ ਤੋਂ ਬਾਅਦ ਮਾਰਚ ਆ ਗਿਆ, ਮਾਰਚ ਤੋਂ ਬਾਅਦ ਮਈ ਆ ਗਿਆ, ਮਈ ਤੋਂ ਬਾਅਦ ਜੁਲਾਈ ਆ ਗਿਆ, ਜੁਲਾਈ ਤੋਂ ਬਾਅਦ ਸੈਪਟੈਂਬਰ ਆ ਗਿਆ, ਇਦਾਂ ਨਹੀਂ। ਸੋ ਉੱਥੇ ਜਨਵਰੀ ਔਰ ਸੈਪਟੈਂਬਰ ਹੈ ਤੇ ਫਿਰ ਵਿਡਰਾਅ ਕਰਕੇ ਪਹਿਲਾ ਸਮਾਂ ਜਿਹੜਾ ਵੇਟ ਕੀਤਾ ਉਹ ਵੀ ਗਵਾਇਆ ਤੇ ਫਿਰ ਨਵਾਂ ਵੀ 6-7 ਮਹੀਨੇ 8 ਮਹੀਨੇ ਤੁਹਾਨੂੰ ਹੋ ਸਕਦਾ ਫਿਰ ਵੇਟ ਕਰਨੀ ਪੈ ਜੇ। ਸੋ ਬੈਟਰ ਵਿਡਰਾਅ ਬਾਰੇ ਨਾ ਸੋਚੋ, ਪ੍ਰੈਜ਼ੈਂਟ ਰਿਜ਼ਲਟ ਆ ਰਹੇ ਨੇ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਡੈਫਰ ਕਰੋ। ਸੋ ਕਿ ਡੈਫਰਮੈਂਟ ਹੁਣ ਨੈਕਸਟ ਜਿਹੜੀ ਆ ਨਵੰਬਰ ਅਵੇਲੇਬਲ ਹੈ। ਬਟ ਇੱਥੇ ਮੈਂ ਹੁਣ ਇੱਕ ਸਟੂਡੈਂਟ ਨੂੰ ਐਡਵਾਈਸ ਕਰਨੀ ਚਾਹੂੰਗਾ ਕਿ ਜਿਹੜੇ ਕੈਨੇਡਾ ਦੇ ਕਿਊਬੈਕ ਦੇ ਕਾਲਜ ਨੇ ਇਹ ਰਿਫੰਡ ਪਾਲਿਸੀ ਮੋਸਟਲੀ ਫੇਵਰ 'ਚ ਦੇ ਰਹੇ ਨੇ। ਸੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਰਿਫੰਡ ਪਾਲਿਸੀ ਨੂੰ ਸਮਝੋ ਕਿ ਅਗਰ ਤੁਸੀਂ ਆਨਲਾਈਨ ਕਲਾਸ ਲਾਉਂਦੇ ਹੋ ਤੇ ਤੁਹਾਡੀ ਕਿੰਨੀ ਕੁ ਰਿਫੰਡ ਹੁੰਦਾ। ਜੇ $200-250 ਰਿਫੰਡ ਹੋ ਰਿਹਾ ਤੁਸੀਂ ਆਪਣੇ ਫਾਈਨੈਂਸ਼ੀਅਲ ਕੈਪੈਸਿਟੀ ਦੇ ਅਕੋਰਡਿੰਗਲੀ ਉਹਨੂੰ ਈਜ਼ੀਲੀ ਬੀਅਰ ਕਰ ਰਹੇ, ਤੁਹਾਨੂੰ ਲੱਗਦਾ ਵੀ ਕੋਈ ਗੱਲ ਨਹੀਂ $200-250 ਕੱਟਿਆ ਜਾਊਗਾ, ਕੋਈ ਇਸ਼ੂ ਨਹੀਂ, ਸਾਨੂੰ ਫਰਕ ਨਹੀਂ ਪੈਣ ਲੱਗਾ, ਤਾਂ ਤੁਸੀਂ ਆਨਲਾਈਨ ਕਲਾਸ ਸਟਾਰਟ ਕਰੋ, ਉਹਦੀ ਐਨਰੋਲਮੈਂਟ ਅਪਡੇਟ ਕਰੋ ਸੋ ਦੈਟ IRCC ਤੁਹਾਡੀ ਐਪਲੀਕੇਸ਼ਨ ਨੂੰ ਪ੍ਰਾਇੋਰਟੀ ਤੇ ਲੈ ਕੇ ਆਏ, ਕਿਉਂਕਿ ਹੁਣ ਰਿਜ਼ਲਟ ਮਿਲ ਰਹੇ ਨੇ। ਜਿੱਦਾਂ ਰਿਜ਼ਲਟ ਮਿਲ ਰਹੇ ਜਗਪ੍ਰੀਤ ਜੀ, ਇਹਦੇ ਵਿੱਚ ਵੀ ਕੋਈ ਫਰਕ ਹੈ? ਜੇ ਕੋਈ ਸਟੂਡੈਂਟ ਆਨਲਾਈਨ ਪੜ੍ਹਾਈ ਕਰ ਰਿਹਾ ਤਾਂ ਉਹਦੀ ਐਪਲੀਕੇਸ਼ਨ ਪ੍ਰਾਇੋਰਟੀ ਤੇ ਦੇਖੀ ਜਾਂਦੀ ਹੈ? ਆਬਵੀਅਸਲੀ ਦੀਪਕ ਜੀ ਪ੍ਰਾਇੋਰਟੀ ਤੇ ਦੇਖੀ ਜਾਓ, ਕਿਉਂਕਿ ਸੈਪਟੈਂਬਰ ਹੈ, ਆਨਲਾਈਨ ਪੜ੍ਹ ਰਿਹਾ ਤੇ ਉਹਨਾਂ ਨੇ ਉਹਨੂੰ ਰਿਜ਼ਲਟ ਦੇਣਾ ਹੈ। ਤੇ ਜੇ ਆਲਰੇਡੀ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਸੈਪਟੈਂਬਰ 'ਚ ਨਹੀਂ ਪੜ੍ਹਨਾ, ਮੈਂ ਨਵੰਬਰ 'ਚ ਚੱਲ ਜੂ, ਤਾਂ ਆਟੋਮੈਟਿਕਲੀ ਉਹਦੀ ਐਪਲੀਕੇਸ਼ਨ ਨੂੰ ਪਿੱਛੇ ਕਰ ਦਿੱਤਾ ਜਾਊ। ਅੱਗੇ ਭੱਜੂਗੇ ਤਾਂ ਉਨਾ ਹੀ ਵੇਟਿੰਗ ਪੀਰੀਅਡ ਹੋਰ ਵਧੀ ਜਾਣਾ। ਤੁਸੀਂ ਕਹਿਤਾ ਵੀ ਅਸੀਂ ਸੈਪਟੈਂਬਰ ਨਹੀਂ ਕਰਨਾ, ਅਸੀਂ ਨਵੰਬਰ 'ਚ ਚੱਲ ਜਾਾਂਗੇ, ਹੋ ਸਕਦਾ ਰਿਜ਼ਲਟ ਉਦੋਂ ਤੱਕ ਨਾ ਆਵੇ, ਫਿਰ ਕੀ ਕਰਾਂਗੇ ਆਪਾਂ? ਫਿਰ ਨਵੰਬਰ ਤੋਂ ਤੁਸੀਂ ਜਨਵਰੀ 'ਚ ਚੱਲ ਜਾਓਗੇ, ਫਿਰ ਉਨੀ ਵੇਟ ਕਰੋਗੇ। ਸੋ ਬੈਟਰ ਅਗਰ ਰਿਫੰਡ ਪਾਲਿਸੀ ਫੇਵਰ 'ਚ ਆ ਰਹੀ ਹੈ ਤਾਂ ਉਹਨੂੰ ਸਟਾਰਟ ਕਰੋ, ਕਿਉਂਕਿ ਹੁਣ ਰਿਜ਼ਲਟ ਆ ਰਹੇ ਨੇ ਜੀ। ਸੋ ਦੋਸਤੋ, ਬਹੁਤ ਹੀ ਇੱਕ ਇੰਪੋਰਟੈਂਟ ਪੁਆਇੰਟ ਹੈ ਅੱਜ ਦੇ ਸ਼ੋਅ ਦੇ ਵਿੱਚ ਜਗਪ੍ਰੀਤ ਜੀ ਨੇ ਜਿਹੜਾ ਦੱਸਿਆ। ਤੁਸੀਂ ਜ਼ਰੂਰ ਇਹਦੇ ਬਾਰੇ ਸੋਚਣਾ ਸ਼ੁਰੂ ਕਰੋ ਤੇ ਉਮੀਦ ਹੈ ਕਿ ਰਿਜ਼ਲਟ ਤੁਹਾਡੇ ਜਲਦੀ ਆ ਜਾਣਗੇ ਤੇ ਹੋਪਫੁਲੀ ਪੋਜ਼ਿਟਿਵ ਹੀ ਆਉਣਗੇ। ਧੰਨਵਾਦ। ਥੈਂਕ ਯੂ ਜੀ।